ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਾਧ ਸੰਗਤ, ਗੁਰ ਸੇਵਾ ਦੇ ਭਗਤ ਕਮਾਈ ਤਾਬੇ ਮਾਨੁਖ ਦੇਹੀ ਪਾਈ। ਪਿਛੇ ਭਾਈ ਵਾਹਿਗੁਰੂ ਪਰਮਾਤਮਾ ਦੀ ਸੇਵਾ ਕੀਤੀ, ਮਨੁੱਖਾ ਦੇਹੀ ਮਿਲ ਗਈ ਔਰ ਮਨੁੱਖਾ ਦੇਹੀ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਨੀ ਤੇ ਸੰਸਾਰ ਦੀ ਨਿਵਰਤੀ ਕਰਨੀ। ਪਰ ਇਹ ਜੀਵ ਭੁੱਲ ਗਿਆ ਔਰ ਇਸ ਭੁੱਲੇ ਜੀਵ ਨੂੰ ਦੁਬਾਰਾ ਫਿਰ ਚੇਤੇ ਕਰਾਉਣ ਵਾਸਤੇ ਮਹਾਰਾਜ ਭਾਈ ਬਖਸ਼ਿਸ਼ ਕਰਦੇ ਨੇ। ਇਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਆਨੰਦ ਸਭ ਕੋ ਕਹੇ। ਆਨੰਦ ਗੁਰੂ ਤੇ ਜਾਣਿਆ। ਸਾਧ ਸੰਗਤ, ਇਹ ਜਿਹੜਾ ਆਨੰਦ ਸ਼ਬਦ ਆ, ਇਹ ਆਮ ਜੀਵਨ ਦੇ ਵਿੱਚ ਵਰਤਿਆ ਜਾਂਦਾ। ਕੋਈ ਭੋਜਨ ਛਕਦਾ ਕਹਿੰਦਾ ਆਨੰਦ ਆ ਗਿਆ, ਕੋਈ ਬਸਤਰ ਪਾਉਂਦਾ ਆਨੰਦ ਆ ਗਿਆ, ਇਸਤਰੀ ਭੋਗ ਕਰਦਾ ਆਨੰਦ ਆ ਗਿਆ, ਨਿੰਦਿਆ ਚੁਗਲੀ ਸੁਣਦਾ ਆਨੰਦ ਆ ਗਿਆ। ਤਾਂ ਭਾਈ ਆਨੰਦ ਨਹੀਂ ਹੁੰਦਾ, ਇਹ ਤੇ ਮਜ਼ਾ ਹੁੰਦਾ ਜਿਹੜਾ ਬਾਅਦ ਦੇ ਵਿੱਚ ਸਜ਼ਾ ਦੇ ਕੇ ਜਾਂਦਾ। ਉਹ ਤਾਂ ਭਾਈ ਗੁਰੂ ਦੀ ਸੇਵਾ ਕੀਤੀ, ਸਤਸੰਗ ਕੀਤਾ, ਫਿਰ ਬਾਅਦ ਦੇ ਵਿੱਚ ਪ੍ਰਮਾਤਮਾ ਦੀ ਜੀਵ ਨੂੰ ਪ੍ਰਾਪਤੀ ਹੋਈ ਔਰ ਪ੍ਰਾਪਤੀ ਤੋਂ ਬਾਅਦ ਜਿਹੜਾ ਉਸ ਨੂੰ ਅਨੁਭਵ ਹੋਇਆ ਉਹ ਆਨੰਦ ਹੁੰਦਾ। ਤਾਂ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਆਨੰਦ ਮੈਂ ਗੁਰੂ ਤੋਂ ਜਾਣਿਆ, ਕਿਉਂਕਿ ਬੇਸਮਝੀ ਦੇ ਨਾਲ ਖਾਧਾ ਬਿਮਾਰੀ ਦਾ ਘਰ ਹੋ ਜਾਂਦਾ ਤੇ ਨਿੰਦਿਆ ਚੁਗਲੀ ਦਾ ਹਿੱਸਾ ਬਣਨਾ ਤੇ ਇਹਦੇ ਨਾਲ ਸੁਸਾਇਟੀ ਖਰਾਬ ਹੋ ਜਾਂਦੀ। ਤਾਂ ਮਹਾਰਾਜ ਕਹਿੰਦੇ ਨੇ ਕਿ ਭਾਈ ਅਸੀਂ ਉਹ ਜਿਹੜਾ ਸੱਚਾ ਆਨੰਦ ਸੀ, ਆਤਮਿਕ ਆਨੰਦ ਸੀ, ਉਹ ਗੁਰੂ ਦੀ ਸੰਗਤ ਕਰਕੇ ਅਨੁਭਵ ਕੀਤਾ, ਜਾਣਿਆ ਕਿ ਇਹ ਝੂਠਾ ਸੀ, ਮਜ਼ਾ ਸੀ ਸੰਸਾਰ ਦਾ, ਔਰ ਸੱਚਾ ਆਨੰਦ ਉਹ ਆ ਜਿਹੜਾ ਸਦੀਵੀ ਰਹਿੰਦਾ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਭਾਈ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਸਦਾ ਰਹਿਣ ਵਾਲਾ ਆਨੰਦ ਜਿਹੜਾ ਉਹ ਜਾਣਿਆ ਜਾ ਸਕਦਾ। ਹੁਣ ਪਾਤਰਤਾ ਤੋਂ ਬਗੈਰ ਤੇ ਸਰਕਾਰ ਨੌਕਰੀ ਵੀ ਨਹੀਂ ਦਿੰਦੀ, ਕਿਤੇ ਵੀ ਥਾਂ ਨਹੀਂ ਹੈਗੀ। ਪਾਤਰਤਾ ਤੋਂ ਬਗੈਰ ਕੋਈ ਕਿਸੇ ਨੂੰ ਥਾਂ ਨਹੀਂ ਹੈਗੀ। ਮਹਾਰਾਜ ਕਹਿੰਦੇ ਕਿ ਭਾਈ ਤੂੰ ਬਖਸ਼ਿਸ਼ ਦਾ ਪਾਤਰ ਬਣ। ਗ੍ਰੰਥੀ ਵੀ ਕੜਾਹ ਪ੍ਰਸ਼ਾਦ ਉਦੋਂ ਹੀ ਦਿੰਦਾ ਜਦੋਂ ਬੁੱਕ ਖੋਲਦਾ। ਜੇ ਬੁੱਕ ਖੋਲੂਗਾ ਤੇ ਪ੍ਰਸ਼ਾਦ ਪੈ ਜਾਊ, ਜੇ ਬੁੱਕ ਬੰਦ ਕਰੂਗਾ ਤੇ ਫਿਰ ਪ੍ਰਸ਼ਾਦ ਨਹੀਂ ਮਿਲਣਾ। ਇਸੇ ਤਰ੍ਹਾਂ ਹੀ ਜਿਹੜਾ ਗੁਰੂ ਦਾ ਗਿਆਨ ਪ੍ਰਸ਼ਾਦ ਆ ਉਹ ਤਾਂ ਹੀ ਮਿਲਦਾ ਕਿ ਆਪ ਸਹਿਤ ਸਗਲ ਹੀ ਤਿਆਗੇ ਤਾਂ ਆਪਨ ਨਿਬੇੜੀ ਹੈ। ਜੇ ਭਾਈ ਆਪਣਾ ਭੁਲਾ ਕੇ ਗੁਰੂ ਦੀ ਸ਼ਰਨ ਦੇ ਵਿੱਚ ਸੇਵਾ ਕਰੇਗਾ ਤੇ ਹਿਰਦੇ ਕਪਟ ਰਹਿਤ ਕਰੂਗਾ ਤੇ ਤਾਂ ਹੀ ਹਿਰਦੇ ਦੇ ਵਿੱਚ ਗਿਆਨ ਪ੍ਰਕਾਸ਼ ਗੁਰੂ ਪ੍ਰਗਟ ਕਰੇਗਾ। ਜੇ ਹਿਰਦੇ ਦੇ ਵਿੱਚ ਕਪਟ ਆ, ਹਿਰਦੇ ਦੇ ਵਿੱਚ ਫਰੇਬ ਆ,
ਤੋ ਹਿਰਦਾ ਬੰਦ ਆ ਤੇ ਉਹਦੇ ਵਿੱਚ ਫਿਰ ਗੁਰੂ ਗਿਆਨ ਜਿਹੜਾ ਉਹ ਪ੍ਰਸ਼ਾਦ ਨਹੀਂ ਪਾ ਸਕਦਾ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਜੇਕਰ ਸਦਾ ਆਨੰਦ ਚਾਹੁੰਦਾ ਜੀਵਨ ਦੇ ਵਿੱਚ ਤੇ ਫਿਰ ਗੁਰੂ ਦੀ ਕਿਰਪਾ ਦਾ ਪਾਤਰ ਬਣ। ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ। ਭਾਈ ਗੁਰੂ ਨੇ ਦ੍ਰਿਸ਼ਟੀ ਦੇ ਕੇ, ਗੁਰੂ ਨੇ ਕਿਰਪਾ ਕਰਕੇ ਗਿਆਨ ਦੀ ਦ੍ਰਿਸ਼ਟੀ ਦਿੱਤੀ ਤੇ ਇਹ ਜਿਹੜਾ ਦ੍ਰਿਸ਼ਟੀ ਦੋਸ਼ ਸੀਗਾ ਇਹ ਖਤਮ ਹੋ ਗਿਆ। तो महाराज कहते हैं कि भाई ਅੱਖਾਂ ਦੇ ਵਿੱਚ दारू ਪਾਉਂਦੇ ਆ। ਜਦੋਂ ਅੱਖਾਂ ਖਰਾਬ ਹੋ ਜਾਂਦੀਆਂ, ਧੁੰਦਲਾ ਆਉਂਦਾ, ਉਦੋਂ ਫਿਰ ਡਾਕਟਰ दारू ਪਾਉਂਦਾ। ਇਸੇ ਤਰ੍ਹਾਂ ਹੀ ਜਦੋਂ ਦ੍ਰਿਸ਼ਟੀ ਮੈਲੀ ਹੋ ਜਾਂਦੀ ਆ ਤੇ ਉਦੋਂ ਫਿਰ ਆਪਣਾ ਬਗਾਨਾ ਦਿਸਦਾ, ਬਗਾਨਾ ਆਪਣਾ ਦਿਸਦਾ। ਜਿਹੜਾ ਵਿਖ ਆ ਉਹ ਅੰਮ੍ਰਿਤ ਦਿਸਦਾ, ਜਿਹੜਾ ਅੰਮ੍ਰਿਤ ਉਹ ਵਿਖ ਦਿਸਦਾ। ਤੋ ਇਸੇ ਕਰਕੇ ਮਹਾਰਾਜ ਕਹਿੰਦੇ ਆ ਕਿ ਭਾਈ ਇਹ ਦੋਸ਼ ਹੁੰਦਾ, ਇਹ ਦ੍ਰਿਸ਼ਟੀ ਦੋਸ਼ ਹੁੰਦਾ, ਔਰ ਇਸ ਦ੍ਰਿਸ਼ਟੀ ਦੋਸ਼ ਨੂੰ ਗੁਰੂ ਦਾ ਜਿਹੜਾ ਗਿਆਨ ਆ ਉਹ ਅੰਜਨ ਬਣ ਕੇ ਦੂਰ ਕਰਦਾ, ਸੁਰਮਾ ਬਣ ਕੇ ਦੂਰ ਕਰਦਾ। ਤੋ ਸਾਧ ਸੰਗਤ ਗੁਰੂ ਦੋ ਪ੍ਰਕਾਰ ਦੇ ਹੁੰਦੇ ਆ। ਇੱਕ ਗੁਰੂ ਦੀਕਸ਼ਿਤ ਗੁਰੂ ਹੁੰਦਾ, ਦੂਸਰਾ ਸ਼ਿਕਸ਼ਿਤ ਗੁਰੂ ਹੁੰਦਾ। ਜਿਹੜਾ ਦੀਕਸ਼ਿਤ ਗੁਰੂ ਹੁੰਦਾ ਉਹਦੇ ਕੋਲੋਂ ਸ਼ਬਦ ਦਾ ਅਭਿਆਸ ਲਿਆ ਜਾਂਦਾ, ਸ਼ਬਦ ਦਾ ਅਭਿਆਸ ਲਿਆ ਜਾਂਦਾ। ਤੇ ਉਹ ਜ਼ਿਆਦਿਆਂ ਕੋਲੋਂ ਨਹੀਂ ਲਿਆ ਜਾਂਦਾ। ਜਿਹੜਾ ਦੂਸਰਾ ਹੁੰਦਾ ਸ਼ਿਕਸ਼ਿਤ ਗੁਰੂ, ਉਹ ਸਾਰਾ ਸੰਸਾਰ ਸ਼ਿਕਸ਼ਿਤ ਗੁਰੂ ਆ। ਕਿਉਂਕਿ ਪਿਆਸੇ ਨੂੰ ਖੂਹ ਦੇ ਕੋਲ ਜਾਣਾ ਪੈਂਦਾ ਆਪਣੀ ਪਿਆਸ ਬੁਝਾਉਣ ਵਾਸਤੇ। ਜਿਹੜਾ ਖੂਹ ਆ ਉਹ ਪਿਆਸੇ ਦੇ ਕੋਲ ਚੱਲ ਕੇ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਸਭੇ ਘਟ ਰਾਮ ਬੋਲੇ, ਰਾਮ ਬੋਲੇ, ਰਾਮ ਬਿਨਾ ਕੋਈ ਬੋਲੇ ਰੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੈ ਤਾਂ ਸਾਰੇ ਪ੍ਰਮਾਤਮਾ ਹੀ ਆ, ਪਰ ਜੇਕਰ ਇਕਾਗਰ ਹੋ ਕੇ ਦ੍ਰਿਸ਼ਟੀ ਕਰੂਗਾ ਤੇ ਫਿਰ ਹਰੇਕ ਹੀ ਵਸਤੂ ਗਿਆਨ ਦਿੰਦੀ ਆ। ਕੋਈ ਵੀ ਚੀਜ਼ ਜਿਹੜੀ ਹੈਗੀ ਆ ਉਹ ਗਿਆਨ ਤੋਂ ਬਗੈਰ ਨਹੀਂ ਹੈਗੀ। ਇਸ ਕਰਕੇ ਜਿੱਥੋਂ ਗਿਆਨ ਮਿਲਦਾ, ਸਿੱਖਿਆ ਮਿਲਦੀ, ਉਹ ਗੁਰੂ ਹੁੰਦਾ। ਇਸੇ ਤਰ੍ਹਾਂ ਹੀ ਮਨ ਦੇ ਵਿੱਚ ਭਾਵ ਆਇਆ ਕਿ ਜੇਕਰ ਹਰੇਕ ਵਸਤੂ ਕੁਛ ਨਾ ਕੁਛ ਗਿਆਨ ਦਿੰਦੀ ਆ ਤੇ ਫਿਰ ਦੇਖਿਆ ਜਾਏ। ਉਸ ਤੋਂ ਬਾਅਦ ਇੱਕ ਪਾਸੇ ਨੂੰ ਧਿਆਨ ਕਰਕੇ, ਇੱਕ ਪਾਸੇ ਨੂੰ ਮੁੱਖ ਨੂੰ ਕਰਕੇ ਤੇ ਦ੍ਰਿਸ਼ਟੀ ਮਾਰੀ। ਜਦੋਂ ਦੇਖਿਆ ਤੇ ਅੱਗੇ ਸਾਈਕਲ ਪਿਆ ਤੇ ਜਿਹੜੀ ਨਿਗਾਹ ਸੀਗੀ ਉਹ ਸਾਈਕਲ ਦੇ ਮਗਰਾੜ ਦੇ ਉੱਤੇ ਗਈ ਸਭ ਤੋਂ ਪਹਿਲੋਂ। ਤੇ ਫਿਰ ਵਿਚਾਰ ਆਉਣ ਲੱਗੀ ਕਿ ਹੁਣ ਮਗਰਾੜ ਜਿਹੜਾ ਹੈਗਾ ਸਾਈਕਲ ਦਾ, ਇਹ ਗਿਆਨ ਕਿੱਦਾਂ ਦਊਗਾ, ਇੱਥੋਂ ਕੀ ਗਿਆਨ ਮਿਲੂਗਾ। ਬਸ ਉਸ ਤੋਂ ਬਾਅਦ ਫਿਰ ਐਸਾ ਪਰਮਾਤਮਾ ਦਾ ਭਾਵ ਹੋਇਆ ਕਿ ਉਹ ਮਗਰਾੜ ਹੀ ਉਪਦੇਸ਼ ਦੇਣ ਲੱਗ ਪਿਆ। ਮਗਰਾੜ ਕਹਿੰਦਾ ਕਿ ਦੇਖ ਭਾਈ,
मैं टायर दे उत्ते हुन्ना और सारी जिहड़ी थलड़ी गंदगी आ वो टायर राही मेरे ते पैंदी आ ते मैं वो सारी गंदगी नूं झलदा ते साइकिल दे जिहड़ा उत्ते बैठा होया शख्स है ना ਉਹਦੇ ਤੇ मैं एक छिट्टा नहीं पैण दिंदा। चौगिर्द हमारे रामकार दुख लगे ना भाई। सारी गंदगी मैं ही झल लेना ते मैं तां साइकिल दे उत्ते बैठे होए शख्स दे उत्ते एक छिट्टा नहीं पैण दिंदा ते जिहड़ा उतला पासा मगराड़ दा ਉਹ ਕਹਿੰਦਾ मैं दिखा के प्रसन्न करदा। ਉਹ मेरा ਜਿਹੜਾ ਹਿੱਸਾ ਵਾ ਉਹ ਸਾਫ਼ ਸੁਥਰਾ ਵਾ ਤੇ ਉਹ ਮੈਂ ਸਾਈਕਲ ਚਲਾਉਣ ਵਾਲੇ ਨੂੰ ਦਿਖਾ ਕੇ ਪ੍ਰਸੰਨ ਕਰਦਾ। ਤੋ ਇਹ ਬਹੁਤ ਵੱਡੀ ਸਿੱਖਿਆ ਦ੍ਰਿਸ਼ਟਾਂਤ ਇਹਦਾ ਇਹ ਆ ਕਿ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਉਹ ਭਾਈ ਮਾਇਆਵੀ ਵਾਤਾਵਰਨ ਦੇ ਵਿੱਚ ਚਾਹੇ ਕਿੰਨਾ ਵੀ ਪ੍ਰਭਾਵ ਹੋਵੇ, ਨਿੰਦਿਆ ਚੁਗਲੀ ਈਰਖਾ ਵਖੀਲੀ ਰਾਗ ਦਵੇਸ਼ ਦਾ ਛਲ ਕਪਟ ਝੂਠ ਫਰੇਬ ਦਾ, ਪਰ ਉਹ ਆਪਣੇ ਹਿਰਦੇ ਨੂੰ ਪਵਿੱਤਰ ਰੱਖਦੇ ਆ। ਆਪਣੀ ਜਿਹੜੀ ਜੀਵ ਆਤਮਾ ਉਹਨੂੰ ਛਿੱਟਾ ਨਹੀਂ ਪੈਣ ਦਿੰਦੇ, ਆਉਂਦਾ ਕੰਨਾਂ ਰਾਹੀਂ ਦੂਸਰੇ ਪਾਸੇ ਕੱਢ ਦਿੰਦੇ ਆ ਤੇ ਹਿਰਦੇ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦਿੰਦੇ। ਜੇ ਕੋਈ ਹਿਰਦੇ ਦੇ ਵਿੱਚ ਆਉਂਦਾ ਵਾ ਵਿਚਾਰ ਸੰਕਲਪ ਆਉਂਦਾ ਤੇ ਉਹਨੂੰ ਜੀਵ ਆਤਮਾ ਤਾਂ ਹੀ ਨਹੀਂ ਜਾਣ ਦਿੰਦੇ, ਜੀਵ ਆਤਮਾ ਨੂੰ ਪਵਿੱਤਰ ਰੱਖਦੇ ਆ ਤੇ ਜੀਵ ਆਤਮਾ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਦੇਖ ਕੇ ਪ੍ਰਸੰਨ ਆ। ਵਾਹਿਗੁਰੂ ਪਰਮਾਤਮਾ ਜੀਵ ਆਤਮਾ ਨੂੰ ਦੇਖ ਕੇ ਹੀ ਪ੍ਰਸੰਨ ਹੁੰਦਾ। ਤੋ ਮਹਾਰਾਜ ਕਹਿੰਦੇ ਨੇ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ ਲੱਭ ਲੋਭ ਤਜ ਅਹੰਕਾਰ ਬਹੁਤਾ ਨਹੀਂ ਬੋਲਣਾ। ਇਉਂ ਜਿਹੜੇ ਭਗਤ ਹੁੰਦੇ ਨੇ ਵਾਹਿਗੁਰੂ ਪਰਮਾਤਮਾ ਦੇ ਪਿਆਰੇ ਹੁੰਦੇ ਨੇ, ਉਹ ਕਿੰਨਾ ਵੀ ਉਹਨਾਂ ਦਾ ਕੋਈ ਵਿਰੋਧ ਕਰੇ, ਕੋਈ ਨਿੰਦਿਆ ਕਰੇ, ਭਾਈ ਉਹ ਆਪਣਾ ਸੱਚਾ ਸੁਭਾਅ ਨਹੀਂ ਛੱਡਦੇ, ਉਹਦੇ ਤੇ ਬੁਰਾ ਅਸਰ ਨਹੀਂ ਪੈਣ ਦਿੰਦੇ, ਆਪਣੇ ਚੰਗਿਆਂ ਗੁਣਾਂ ਨੂੰ ਹੀ ਉੱਤੇ ਰੱਖਦੇ ਨੇ ਤੇ ਆਪਣੀ ਜੀਵ ਆਤਮਾ ਨੂੰ ਪਵਿੱਤਰ ਰੱਖਦੇ ਆ ਔਰ ਇਹਦੇ ਨਾਲ ਹੀ ਉਹ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਕਰਦੇ ਆ। ਤੋ ਇਹ ਬਹੁਤ ਵੱਡਾ ਗਿਆਨ ਆ, ਹਰੇਕ ਵਸਤੂ ਤੋਂ ਹੀ ਪ੍ਰਾਪਤ ਹੁੰਦਾ। ਇਸ ਕਰਕੇ ਜਿਹੜੀ ਵਸਤੂ ਵੀ ਗਿਆਨ ਦੇਵੇ ਉਹ ਗੁਰੂ ਹੁੰਦੀ ਆ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਭਾਈ ਮਹਾਰਾਜ ਕਹਿੰਦੇ ਨੇ ਕਿ ਸਾਧ ਸੰਗਤ ਗੁਰੂ ਜੀ ਦੀ ਸੇਵਾ ਕਰਦਿਆਂ, ਸਿਮਰਨ ਕਰਦਿਆਂ ਪਵਿੱਤਰ ਪ੍ਰੇਮ ਵਾਲਾ ਭਾਵ ਰੱਖਣਾ ਚਾਹੀਦਾ। ਸੰਤਨ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ। ਤੇ ਪਿੱਛੇ ਸੰਸਾਰ ਦਾ ਮੋਹ ਨਹੀਂ ਹੋਣਾ ਚਾਹੀਦਾ, ਉਹਨੂੰ ਖਿੱਚ ਨਹੀਂ ਹੁੰਦੀ ਔਰ ਇਕਾਗਰ ਹੋ ਕੇ ਬਾਣੀ ਸੁਣਦਾ, ਬਾਣੀ ਪੜ੍ਹਦਾ ਤੇ ਆਪਣੇ ਜੀਵਨ ਨੂੰ ਸਵਾਰਦਾ। ਕਈ ਵਾਰੀ ਇਹ ਜਿਹੜਾ ਜੀਵ ਆ ਘਰ ਬੈਠਾ ਹੁੰਦਾ ਵਾ ਤੇ ਚੇਤੇ ਦਾ ਤੀਰਥਾਂ ਦੇ ਉੱਤੇ ਹੁੰਦਾ ਤੇ ਕਈ ਵਾਰੀ ਜਦੋਂ ਤੀਰਥਾਂ ਦੇ ਚਲੇ ਜਾਂਦਾ ਵਾ ਸੰਗਤ ਨਾਲ ਹੁੰਦੀ ਆ ਤੇ ਕਈ ਇਹੋ ਜਿਹੇ ਹੁੰਦੇ ਨੇ ਸ਼ਖਸ ਜਿਹੜੇ ਘਰ ਦਾ ਮੋਹ ਕਰਦੇ ਆ ਤੇ ਨਾ ਉਥੇ ਆਪ ਨਾਮ ਜਪਦੇ, ਨਾ ਕਿਸੇ ਨੂੰ ਜਪਣ ਦਿੰਦੇ ਆ, ਨਾ ਆਪ ਸੇਵਾ ਕਰਦੇ, ਨਾ ਕਿਸੇ ਨੂੰ ਸੇਵਾ ਕਰਨ ਦਿੰਦੇ ਆ, ਨਾ ਆਪ ਪਾਠ ਕਰਦੇ, ਨਾ ਕਿਸੇ ਨੂੰ ਕਰਨ ਦਿੰਦੇ ਆ, ਨਾ ਆਪ ਕੀਰਤਨ ਸੁਣਦੇ, ਨਾ ਕਿਸੇ ਨੂੰ ਸੁਣਨ ਦਿੰਦੇ ਆ ਤੇ ਛੇਤੀ ਛੇਤੀ ਪਾ ਦਿੰਦੇ, ਕਾਹਲੀ ਪਾ ਦਿੰਦੇ ਆ ਕਿ ਨਹੀਂ ਘਰ ਜਾਣਾ ਵਾ, ਮੇਰਾ ਚਿੱਤ ਨਹੀਂ ਲੱਗਦਾ। ਤੋ ਮਹਾਰਾਜ ਕਹਿੰਦੇ ਆ ਕਿ ਭਾਈ
ਉਹਨਾਂ ਦਾ ਜਿਹੜਾ ਭਾਵ ਆ ਉਹ ਬੇਕਾਰ ਹੀ ਚਲੇ ਜਾਂਦਾ। ਔਰ ਮਨਮੁਖ ਜਿਹੜਾ ਜੀਵ ਆ ਉਹ ਯਾਤਰਾ ਤੇ ਜਾ ਕੇ ਵੀ ਯਾਤਰਾ ਦਾ ਫਾਇਦਾ ਨਹੀਂ ਲੈ ਸਕਦਾ ਤੇ ਖਾਲੀ ਦਾ ਖਾਲੀ ਰਹਿ ਜਾਂਦਾ, ਉਹ ਆਨੰਦ ਦੀ ਪ੍ਰਾਪਤੀ ਨਹੀਂ ਕਰ ਸਕਦਾ। ਇਸ ਕਰਕੇ ਮਹਾਰਾਜ ਇੱਥੇ ਇਹ ਉਪਦੇਸ਼ ਕਰਦੇ ਆ ਕਿ ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟਾ, ਆਪ ਸਹਿਤ ਸਗਲ ਹੀ ਤਿਆਗੇ ਤਾਂ ਆਪਨ ਬੇੜੀ ਆਏ, ਤੋ ਭਾਈ ਉਹ ਹੀ ਮਨ ਲਾ ਕੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਉਹੀ ਮਨ ਲਾ ਕੇ ਸਿਮਰਨ ਕਰ ਸਕਦਾ, ਉਹੀ ਮਨ ਲਾ ਕੇ ਸੇਵਾ ਕਰ ਸਕਦਾ, ਨਹੀਂ ਤੇ ਫਿਰ ਇਹ ਮੋਹ ਵਸ ਹੋਇਆ ਜੀਵ ਜਿਹੜਾ ਹੈਗਾ ਉਹ ਉਲਝ ਕੇ ਰਹਿ ਜਾਂਦਾ। ਤੋ ਜਦੋਂ ਵੀ ਧਰਮ ਕਮਾਉਣਾ ਵਾ, ਜਦੋਂ ਵੀ ਪਰਮਾਤਮਾ ਦੀ ਤੀਰਥਾਂ ਦੀ ਯਾਤਰਾ ਕਰਨੀ ਆ, ਤੇ ਉਦੋਂ ਭਾਈ ਇਹ ਸਭ ਵਿਕਾਰ ਜਿਹੜੇ ਹੈਗੇ ਆ ਇਹ ਪਿੱਛੇ ਹੀ ਛੱਡ ਕੇ ਜਾਣੇ ਚਾਹੀਦੇ ਆ। ਆਪ ਨਿਮਾਣਾ ਜਾਂ ਸੇਵਕ ਸ਼ੁੱਧ ਹੋ ਕੇ ਪ੍ਰੇਮ ਦੇ ਨਾਲ ਯਾਤਰਾ ਕਰੇ, ਨਾਮ ਜਪੇ, ਤੇ ਤਾਂ ਹੀ ਉਹਨੂੰ ਆਨੰਦ ਦੀ ਪ੍ਰਾਪਤੀ ਹੋਣੀ ਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ, ਆਤਮ ਰਸ ਜਹ ਜਾਣਿਆ, ਹਰ ਰੰਗ ਸਹਜੇ ਮਾਨ, ਨਾਨਕ ਧਨ 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 ਜਨ ਆਏ ਤੇ ਪਰਵਾਨ। ਤੋ ਮਹਾਰਾਜ ਕਹਿੰਦੇ ਨੇ ਕਿ ਮਨੁੱਖੀ ਜੀਵਨ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੀ ਆਨੰਦ ਆ। ਔਰ ਇਹ ਸੋਝੀ ਜਿਹੜੀ ਹੈਗੀ ਆ ਇਹ ਗੁਰੂ ਪ੍ਰਸਾਦ ਦੁਆਰਾ ਪ੍ਰਾਪਤ ਹੋਈ। ਜਿਸ ਤਰ੍ਹਾਂ ਹੰਸ ਦੀ ਚੁੰਝ ਦੇ ਵਿੱਚ ਤਾਕਤ ਮੰਨੀ ਜਾਂਦੀ ਆ ਕਿ ਉਹ ਦੁੱਧ ਦੇ ਵਿੱਚੋਂ ਦੁੱਧ ਪੀ ਲੈਂਦਾ, ਪਨੀਰ ਖਾ ਲੈਂਦਾ, ਪਾਣੀ ਛੱਡ ਦਿੰਦਾ, ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਪਿਆਰੇ ਨੇ, ਪਰਮਾਤਮਾ ਦੇ ਪਿਆਰੇ ਨੇ, ਉਹ ਭਾਈ ਸੰਸਾਰ ਦੇ ਵਿੱਚੋਂ ਮੈਲ ਛੱਡ ਦਿੰਦੇ ਨੇ ਔਰ ਚੰਗੇ ਗੁਣ ਗ੍ਰਹਿਣ ਕਰ ਲੈਂਦੇ ਨੇ, ਦੁਰਗੁਣ ਛੱਡ ਦਿੰਦੇ ਨੇ, ਸਤਿਗੁਣ ਜਿਹੜੇ ਨੇ ਉਹਨਾਂ ਨੂੰ ਗ੍ਰਹਿਣ ਕਰ ਲੈਂਦੇ ਨੇ। ਤੋ ਇਹ ਗੁਰੂ ਦੇ ਪ੍ਰਸਾਦ ਦੁਆਰਾ ਹੀ ਇਹ ਪ੍ਰਾਪਤ ਹੁੰਦਾ। ਤੋ ਮਹਾਰਾਜ ਇਹ ਉਪਦੇਸ਼ ਕਰਦੇ ਆ ਕਿ ਭਾਈ ਉਸ ਸੱਚੇ ਸਦਾ ਰਹਿਣ ਵਾਲੇ ਆਨੰਦ ਦੀ ਪ੍ਰਾਪਤੀ ਕਰਨੀ ਹੈ। ਇੰਦਰੀਆਂ ਦੇ ਭੋਗ ਦੁਆਰਾ ਜੋ ਪ੍ਰਾਪਤ ਹੁੰਦਾ ਉਹ ਆਨੰਦ ਨਹੀਂ ਹੁੰਦਾ, ਉਹ ਮਜ਼ਾ ਹੁੰਦਾ, ਤੇ ਮਜ਼ਾ ਜਿਹੜਾ ਹੈਗਾ ਉਹ ਫਿਰ ਸਜ਼ਾ ਦੇ ਕੇ ਜਾਂਦਾ। ਗਲਤ ਖਾ ਲਿਆ, ਗਲਤ ਵਿਵਹਾਰ ਕਰ ਲਿਆ ਤੇ ਸਰੀਰ ਵੀ ਬਿਮਾਰ ਹੋਇਆ ਤੇ ਸੁਸਾਇਟੀ ਵੀ ਖਰਾਬ ਹੋਈ। ਤੋ ਇਸ ਕਰਕੇ ਜਿਹੜਾ ਆਨੰਦ ਹੁੰਦਾ ਉਹ ਆਤਮਿਕ ਆਨੰਦ ਹੁੰਦਾ। ਪਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਹੀ ਉਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਉਹ ਸਦਾ ਰਹਿੰਦਾ, ਭਰਪੂਰ ਮਾਤਰਾ ਦੇ ਵਿੱਚ ਰਹਿੰਦਾ। ਇਸ ਕਰਕੇ ਮਹਾਰਾਜ ਉਪਦੇਸ਼ ਕਰਦੇ ਆ ਕਿ ਭਾਈ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਓ ਪਾਣੀ। ਜਿੱਦਾਂ ਘੜੇ ਦਾ ਚੋਂ ਫੁੱਟ ਜਾਵੇ, ਤੇੜ ਆ ਜਾਵੇ ਤੇ ਹੌਲੀ ਹੌਲੀ ਪਾਣੀ ਨਿਕਲਦਾ, ਇਸੇ ਤਰ੍ਹਾਂ ਹੀ ਸਰੀਰ ਦੇ ਵਿੱਚੋਂ ਸਵਾਸ ਨਿਕਲਦੇ ਨੇ। ਔਰ ਕਾਲ ਦੀ ਗਤੀ ਬਹੁਤ ਤੇਜ਼ ਗਤੀ ਦੇ ਨਾਲ ਚੱਲ ਰਹੀ ਆ। ਜਿਹੜਾ ਕੰਮ ਰਹਿ ਗਿਆ ਉਹ ਪਿੱਛੇ ਫਿਰ ਬਹੁਤ ਦੂਰ ਚਲੇ ਗਿਆ। ਪੱਤਾ ਟੂਟਾ ਡਾਲ ਸੇ ਲੈ ਗਈ ਪਵਨ ਉਡਾਏ, ਅਬ ਕੇ ਵਿਛੜੇ ਕਹਾਂ ਪਹੁੰਚੇ ਜਾਏ। ਨਦੀ ਨਾਮ ਸੰਜੋਗੀ ਮੇਲੇ। ਹੁਣ ਇਹ ਸੰਜੋਗਾਂ ਦੇ ਮੇਲੇ ਆ ਕਿ ਜਿਹੜੇ ਬਚਨ ਸੁਣਨ ਨੂੰ ਮਿਲਦੇ ਆ। ਕੋਈ ਵੀ
ਕਰਮ ਧਰਮ ਕਮਾਇਆ ਜਾ ਸਕਦਾ, ਦਾਨ ਪੁੰਨ ਸਭ ਪਰਉਪਕਾਰ ਭਲਾ ਕੀਤਾ ਜਾ ਸਕਦਾ। ਜੇ ਇਸ ਸਮੇਂ ਦਾ ਦੁਰਉਪਯੋਗ ਕੀਤੀ, ਆਲਸ ਵਸ ਮਾਇਆ ਵਸ ਸਤਕਰਮ ਨਹੀਂ ਕੀਤੇ, ਤੇ ਫਿਰ ਬਾਅਦ ਦੇ ਵਿੱਚ ਭਾਈ ਪਛਤਾਉਣਾ ਪਵੇਗਾ, ਫਿਰ ਚਾਂਸ ਨਹੀਂ ਮਿਲੂਗਾ। ਤੋ ਇਸ ਕਰਕੇ ਸੱਚੇ ਮਨ ਦੇ ਨਾਲ ਸੇਵਾ ਕਰੋ, ਸਿਮਰਨ ਕਰੋ, ਦਇਆ ਕਰੋ, ਪੁੰਨ ਕਰੋ, ਪਰਉਪਕਾਰ ਕਰੋ, ਭਲਾ ਕਰੋ ਤੇ ਆਪਣਾ ਜੀਵਨ ਸਫਲਾ ਕਰੋ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।